ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਕੈਨੇਡਾ ਨਾਓ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਇਹਨਾਂ ਖਬਰਾਂ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਨਾਲ। ਮਨਦੀਪ ਜੀ, ਬਹੁਤ-ਬਹੁਤ ਸਵਾਗਤ ਹੈ। ਜੀ ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ ਜੀ। ਜੀ ਮਨਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਜੁੜੀ ਹੋਈ ਖਬਰ ਨਾਲ ਕਰ ਲੈਂਦੇ ਆ। ਜੋ 올림픽 ਖੇਡਾਂ ਹੋਣ ਜਾ ਰਹੀਆਂ ਨੇ ਬੀजिंग ਵਿੱਚ, ਉਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੱਡਾ ਐਲਾਨ ਕੀਤਾ ਗਿਆ। ਡਿਪਲੋਮੈਟਿਕ ਬਾਈਕਾਟ ਦਾ ਉਹਨਾਂ ਵੱਲੋਂ ਐਲਾਨ ਕੀਤਾ ਗਿਆ। ਕੀ ਹੈ ਪੂਰੀ ਜਾਣਕਾਰੀ ਤੇ ਕੀ ਇਸ ਬਾਰੇ ਹੋਰ ਅਪਡੇਟ ਸਾਹਮਣੇ ਆ ਰਹੀ ਹੈ? ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਦੱਸ ਦਈਏ ਜੀ, ਕਿਉਂਕਿ ਵਿੰਟਰ 올림픽ਸ ਹੋਣ ਜਾ ਰਹੀਆਂ ਨੇ ਬੀजिंग ਦੇ ਵਿੱਚ 4 ਫਰਵਰੀ 2022 ਨੂੰ ਜਿਹੜੀਆਂ ਇਹ ਸ਼ੁਰੂ ਹੋਣੀਆਂ ਨੇ। ਔਰ ਇਹਦੇ ਉੱਤੇ ਸਭ ਤੋਂ ਪਹਿਲਾਂ ਐਲਾਨ ਜਿਹੜਾ ਸੀ ਅਮਰੀਕਾ ਨੇ ਕੀਤਾ ਸੀਗਾ ਕਿ ਇਸ ਗੇਮਸ ਦੇ ਵਿੱਚ ਜਿਹੜਾ ਚਾਈਨਾ ਦਾ ਡਿਪਲੋਮੈਟ ਜਿਹੜਾ ਬਾਈਕਾਟ ਉਹ ਕੀਤਾ ਜਾਵੇਗਾ। ਔਰ ਫਿਰ ਇਸੇ ਤਰੀਕੇ ਦਾ ਐਲਾਨ ਇੰਗਲੈਂਡ ਅਤੇ ਆਸਟ੍ਰੇਲੀਆ ਵੱਲੋਂ ਵੀ ਕੀਤਾ ਜਾਂਦਾ ਤੇ ਹੁਣ ਆਪਣੇ ਭਾਈਵਾਲਾਂ ਵੱਲ ਵੇਖ ਕੇ ਕੈਨੇਡਾ ਵੀ ਇਸ ਦੌੜ 'ਚ ਸ਼ਾਮਲ ਹੋ ਗਿਆ। ਔਰ ਅੱਜ ਕੈਨੇਡਾ ਵੱਲੋਂ ਵੀ ਇਹ ਐਲਾਨ ਕਰ ਦਿੱਤਾ ਗਿਆ ਕਿ ਇਸ 올림픽ਸ ਦੇ ਵਿੱਚ ਜਿਹੜੀਆਂ ਵਿੰਟਰ 올림픽ਸ ਹੋਣ ਜਾ ਰਹੀਆਂ ਨੇ ਇਹਦੇ ਵਿੱਚ ਕੈਨੇਡਾ ਦੇ ਐਥਲੀਟ ਤਾਂ ਭਾਗ ਲੈਣਗੇ, ਪਰ ਜਿਹੜੇ ਡਿਪਲੋਮੈਟਿਕਸ ਆ ਉਹ ਨਹੀਂ ਜਾਣਗੇ। ਡਿਪਲੋਮੈਟਿਕ ਤੌਰ ਤੇ ਇਹਨਾਂ ਗੇਮਸ ਦਾ ਆ ਜਿਹੜਾ ਉਹ ਬਾਈਕਾਟ ਕੀਤਾ ਜਾਵੇਗਾ। ਔਰ ਇਸੇ ਤਰੀਕੇ ਨਾਲ ਆਸਟ੍ਰੇਲੀਆ ਦੇ ਐਥਲੀਟ ਵੀ ਜਾਣਗੇ, ਅਮਰੀਕਾ ਦੇ ਐਥਲੀਟ ਵੀ ਜਾਣਗੇ, ਉਹ ਵੀ ਹਿੱਸਾ ਲੈਣਗੇ, ਇੰਗਲੈਂਡ ਦੇ ਐਥਲੀਟ ਵੀ ਜਾਣਗੇ, ਪਰ ਇਹਨਾਂ ਮੁਲਕਾਂ ਦੇ ਜਿਹੜੇ ਡਿਪਲੋਮੈਟਿਕਸ ਆ ਉਹ ਨਹੀਂ ਜਾਣਗੇ। ਸੋ ਇਹਨੂੰ ਚੀਨ ਦੇ ਉੱਤੇ ਜਿਹੜਾ ਵਾ ਇੱਕ ਅੰਤਰਰਾਸ਼ਟਰੀ ਪੱਧਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾਂਦਾ ਆ। ਪਰ ਦੂਜੇ ਪਾਸੇ ਜੋ ਚੀਨ ਤੋਂ ਸੰਕੇਤ ਮਿਲੇ ਆ, ਕਿਉਂਕਿ ਉਹਨਾਂ ਨੇ ਆਸਟ੍ਰੇਲੀਆ ਦੇ ਉੱਤੇ ਜਿਹੜਾ ਵਾ ਇਸ ਮਾਮਲੇ ਉੱਤੇ ਰਿਐਕਟ ਕੀਤਾ ਆ ਔਰ ਉਹਨਾਂ ਨੇ ਕਿਹਾ ਕਿ ਇਸ ਤਰੀਕੇ ਨਾਲ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਣਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਕਹਿੰਦੇ ਇਦਾਂ ਲੱਗਦਾ ਵੀ ਕੁਝ ਮੁਲਕ ਜਿਹੜੇ ਆ ਸਾਥੀ ਮੁਲਕਾਂ ਵੱਲ ਵੇਖ ਕੇ ਅੱਖਾਂ ਬੰਦ ਕਰਕੇ ਫੈਸਲੇ ਕਰ ਰਹੇ ਨੇ। ਉਹਨਾਂ ਦਾ ਇਸ਼ਾਰਾ ਅਮਰੀਕਾ ਵੱਲ ਸੀ, ਕਿਉਂਕਿ ਮਸਲਾ ਇੱਕੋ ਹੀ ਆ ਮੁਸਲਮਾਨਾਂ ਨੂੰ ਲੈ ਕੇ ਕਿ ਚੀਨ ਦੇ ਵਿੱਚ ਮੁਸਲਮਾਨਾਂ ਉੱਤੇ ਜਿਹੜਾ ਉਹ ਅਤਿਆਚਾਰ ਹੋ ਰਿਹਾ, ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ, ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੋ ਰਹੀ ਆ। ਔਰ ਇਸੇ ਮੁੱਦੇ ਉੱਤੇ ਜਿਹੜਾ ਸੀਗਾ ਅਮਰੀਕਾ ਨੇ, ਫਿਰ ਇੰਗਲੈਂਡ ਨੇ ਤੇ ਫਿਰ ਆਸਟ੍ਰੇਲੀਆ ਤੇ ਹੁਣ ਕੈਨੇਡਾ ਨੇ ਜਿਹੜਾ ਵਾ ਡਿਪਲੋਮੈਟਿਕ ਬਾਈਕਾਟ ਦਾ ਸੰਕੇਤ ਜਿਹੜਾ ਉਹ ਦਿੱਤਾ ਆ, ਮਾਫ ਕਰਨਾ ਐਲਾਨ ਜਿਹੜਾ ਕੀਤਾ ਆ। ਔਰ ਇਹੀ ਗੱਲ ਜਿਹੜੀ ਆ ਮਨੁੱਖੀ ਅਧਿਕਾਰਾਂ ਦੇ ਘਾਣ ਵਾਲੀ ਗੱਲ ਕੈਨੇਡਾ ਨੇ ਵੀ ਕੀਤੀ ਆ ਕਿ ਚਾਈਨਾ ਦਾ ਜਿਹੜਾ ਰਿਕਾਰਡ ਹੈ ਇਸ ਮਾਮਲੇ 'ਚ ਬਹੁਤ ਖਰਾਬ ਆ ਤੇ ਹੋਰ ਖਰਾਬ ਹੁੰਦਾ ਜਾ ਰਿਹਾ। ਸੋ ਇਸ ਮਾਮਲੇ ਨੂੰ ਲੈ ਕੇ ਜਿਹੜੀ ਸਿਆਸਤ ਹੈ ਉਹ ਗਰਮਾ ਗਈ ਆ। ਸੋ ਇਸ ਸਿਰਫ ਇੱਥੇ ਹੀ ਬਸ ਨਹੀਂ, ਇਸ ਤੋਂ ਅੱਗੇ ਇੱਕ ਡੈਮੋਕ੍ਰੇਸੀ ਦੇ ਉੱਤੇ ਇੱਕ ਸੰਮੇਲਨ ਜਿਹੜਾ ਵਾ ਅਸੀਂ ਦਰਸ਼ਕਾਂ ਨੂੰ ਪਿਛਲੇ ਪ੍ਰੋਗਰਾਮ 'ਚ ਵੀ ਜਾਣਕਾਰੀ ਦਿੱਤੀ ਸੀ ਕਿ ਉਹ ਅਮਰੀਕਾ ਦੇ ਵਿੱਚ ਕਰਵਾਇਆ ਜਾ ਰਿਹਾ। ਅਮਰੀਕੀ ਰਾਸ਼ਟਰਪਤੀ ਵੱਲੋਂ 100 ਤੋਂ ਵੱਧ ਮੁਲਕਾਂ ਦੇ ਲੀਡਰ ਜਿਹੜੇ ਡੈਮੋਕ੍ਰੈਟਿਕ ਕੰਟਰੀਜ਼ ਦੇ ਲੀਡਰ ਆ ਉਹਨਾਂ ਨੂੰ ਸੱਦਾ ਦਿੱਤਾ ਗਿਆ ਡੈਮੋਕ੍ਰੇਸੀ ਤੇ ਚਰਚਾ ਕਰਵਾਉਣੀ ਆ। ਔਰ ਉਹਦੇ ਉੱਤੇ ਵੀ ਚੀਨ ਵੱਲੋਂ ਜਿਹੜਾ ਨਿਸ਼ਾਨਾ ਵਿੰਨਿਆ ਗਿਆ। ਸੋ ਕਿਤੇ ਨਾ ਕਿਤੇ ਚੀਨ ਦੇ ਪ੍ਰਭਾਵ ਨੂੰ ਔਰ ਉੱਥੇ ਜਿਸ ਤਰੀਕੇ ਦਾ ਰਾਜਨੀਤਿਕ ਸਿਸਟਮ ਆ ਔਰ ਜੋ ਉੱਥੇ ਹੋ ਰਿਹਾ, ਸੋ ਉਸ ਮੁੱਦੇ ਉੱਤੇ ਜਿਹੜਾ ਵਾ ਦੁਨੀਆ ਦੇ ਵਿੱਚ ਇੱਕ ਜਿਹੜੀ ਆ ਉਹ ਮਾਹੌਲ ਬਣਾਉਣ ਲਈ ਚੀਨ ਦੇ ਖਿਲਾਫ ਉਹਨੂੰ ਡੱਕਣ ਲਈ ਜੋ ਚੀਨ ਦਾ ਪ੍ਰਭਾਵ ਇਸ ਵਕਤ ਅੰਤਰਰਾਸ਼ਟਰੀ ਪੱਧਰ ਤੇ ਵੱਧ ਰਿਹਾ ਵਾ। ਸੋ ਇਹ ਸਾਰਾ ਕੁਝ ਕੀਤਾ ਜੋ ਜਾ ਰਿਹਾ। ਸੋ ਦੇਖਦੇ ਇਹਦੇ ਵਿੱਚ ਅਮਰੀਕਾ ਕਿੰਨਾ ਕੁ ਸਫਲ ਹੁੰਦਾ ਆ। ਪਰ ਇੰਨੀ ਗੱਲ ਜ਼ਰੂਰ ਆ ਕਿ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਹੈ ਉਹ ਬੜੀ ਦਿਲਚਸਪ ਹੋਣ ਜਾ ਰਹੀ ਹੈ ਅਗਲੇ ਦਿਨਾਂ ਦੇ ਵਿੱਚ। ਜੀ ਮਨਦੀਪ ਜੀ, ਇਸ ਤੋਂ ਬਾਅਦ ਅਗਲਾ ਜਿਹੜਾ ਸਵਾਲ ਹੈ, ਹੁਣ ਕੰਜ਼ਰਵੇਟਿਵ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰਿਆ ਗਿਆ। ਉਹਨਾਂ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ। ਜੋ ਇਹ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ ਕਿ ਕਿਸ ਮੁੱਦੇ ਨੂੰ ਲੈ ਕੇ ਹੁਣ ਉਹ ਲਿਬਰਲ ਸਰਕਾਰ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਘੇਰ ਰਹੇ ਨੇ? ਜੀ ਬਿਲਕੁਲ, ਐਰਨ ਅਟੂਲ ਜਿਹੜੇ ਨੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ, ਉਹਨਾਂ ਵੱਲੋਂ ਜੋ ਅਫਗਾਨਿਸਤਾਨ ਦੇ ਵਿੱਚ ਹੋਇਆ ਔਰ ਜੋ ਕੋਟਾ ਐਲਾਨਿਆ ਸੀ ਅਫਗਾਨ ਰਿਫਿਊਜੀਆਂ ਲਈ, ਉਹਨੂੰ ਲੈ ਕੇ ਜਿਹੜਾ ਵਾ ਉਹਨਾਂ ਨੇ ਜਿਹੜਾ ਇਸ ਵਕਤ ਜਸਟਿਨ ਟਰੂਡੋ ਹੋਣਾ ਉੱਤੇ ਨਿਸ਼ਾਨਾ ਵਿੰਨਿਆ ਵਾ। ਇਸ ਤੋਂ ਪਹਿਲਾਂ ਅਸੀਂ ਦੱਸਦੇ ਕਿ ਜਿਹੜੇ ਕੰਜ਼ਰਵੇਟਿਵ ਦੇ MP ਨੇ ਜਸਰਾਜ ਹੱਲਣ, ਜਿਨ੍ਹਾਂ ਨੂੰ ਇਮੀਗ੍ਰੇਸ਼ਨ ਮਾਮਲਿਆਂ ਦਾ ਕ੍ਰਿਟਿਕ ਬਣਾਇਆ ਗਿਆ, ਜੋ ਕਿ ਇੱਕ ਨੇੜੇ ਦੀ ਨਜ਼ਰ ਰੱਖਦੇ ਨੇ ਕਿ ਇਮੀਗ੍ਰੇਸ਼ਨ ਦੇ ਮਾਮਲਿਆਂ ਵਿੱਚ ਕੀ ਹੋ ਰਿਹਾ ਵਿਰੋਧੀ ਧਿਰ ਵੱਲੋਂ। ਸੋ ਉਹਨਾਂ ਵੱਲੋਂ ਪਹਿਲਾਂ ਇਹ ਬਿਆਨ ਦਿੱਤਾ ਗਿਆ ਸੀਗਾ, ਕਹਿੰਦੇ ਵੀ 40,000 ਦਾ ਕੋਟਾ ਜਿਹੜਾ ਉਹ ਰੱਖਿਆ ਗਿਆ, ਕਿਉਂਕਿ ਪਹਿਲਾਂ ਇਹ ਕੋਟਾ 20,000 ਦਾ ਸੀਗਾ ਔਰ ਉਸ ਤੋਂ ਬਾਅਦ ਫਿਰ ਇਹ ਕੋਟਾ ਵਧਾ ਕੇ 40,000 ਦਾ ਕਰ ਦਿੱਤਾ ਗਿਆ ਸੀ ਕਿ ਅਫਗਾਨਿਸਤਾਨ ਤੋਂ ਖਾਸ ਕਰਕੇ ਉਹ ਲੋਕ, ਕਿਉਂਕਿ ਉੱਥੇ ਲੰਬਾ ਸਮਾਂ ਅਸੀਂ ਦੇਖਿਆ ਨਾਟੋ ਦੀਆਂ ਫੌਜਾਂ ਰਹੀਆਂ ਔਰ ਉਹਦੇ ਵਿੱਚ ਕੈਨੇਡੀਅਨ ਆਰਮੀ ਵੀ ਸ਼ਾਮਲ ਸੀ। ਸੋ ਕੈਨੇਡੀਅਨ ਫੌਜ ਲਈ ਉੱਥੇ ਕਿਹਨਾਂ ਲੋਕਾਂ ਨੇ ਕੰਮ ਕੀਤਾ ਜਾਂ ਕਿਸੇ ਵੀ ਤਰੀਕੇ ਨਾਲ ਮਦਦ ਕੀਤੀ ਆ, ਸੋ ਉਹਨਾਂ ਲੋਕਾਂ ਨੂੰ ਪਹਿਲ ਦਿੱਤੀ ਜਾ ਰਹੀ ਸੀ ਕਿ ਉਹਨਾਂ ਨੂੰ ਕੈਨੇਡਾ ਲਿਆਂਦਾ ਜਾਵੇਗਾ, ਕਿਉਂਕਿ ਉੱਥੇ ਜਦੋਂ ਹੁਣ ਤਾਲਿਬਾਨ ਦਾ ਕਬਜ਼ਾ ਹੋ ਗਿਆ ਤੇ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਜਾਨ ਨੂੰ ਉੱਥੇ ਖਤਰਾ ਹੋ ਸਕਦਾ ਹੈ, ਕਿਉਂਕਿ ਉਹ ਉਹਨਾਂ ਦੀਆਂ ਵਿਰੋਧੀ ਫੌਜਾਂ ਦਾ ਸਾਥ ਜਿਹੜਾ ਉਹ ਦਿੰਦੇ ਰਹੇ ਨੇ।
ਸੋ ਉਸ ਨੂੰ ਲੈ ਕੇ ਜਿਹੜਾ ਲਗਾਤਾਰ ਕਿਉਂਕਿ ਹਾਲਾਤ ਵਿਗੜਦੇ ਰਹੇ, ਚੋਣਾਂ ਵਿੱਚ ਵੀ ਇਹਦਾ ਨੁਕਸਾਨ ਜ਼ਰੂਰ ਹੋਇਆ ਕਿਉਂਕਿ ਪਤਾ ਨਹੀਂ ਸੀ ਕਿ ਜਦੋਂ ਅਮਰੀਕਾ ਨੇ ਐਲਾਨ ਕੀਤਾ ਕਿ ਇੰਨੀ ਜਲਦੀ ਤਾਲਿਬਾਨ ਜਿਹੜਾ ਵਾ ਓਵਰਟੇਕ ਜਿਹੜਾ ਪੂਰੇ ਅਫਗਾਨਿਸਤਾਨ ਤੇ ਕਰ ਲਵੇਗਾ, ਦਿਨਾਂ ਦੇ ਵਿੱਚ ਉਹਦਾ ਲਗਾਤਾਰ ਕਬਜ਼ਾ ਹੋ ਗਿਆ। ਔਰ ਉਸ ਤੋਂ ਬਾਅਦ ਇੰਨਾ ਵੀ ਸਮਾਂ ਮੁਲਕਾਂ ਨੂੰ ਨਹੀਂ ਮਿਲਿਆ ਕਿ ਉੱਥੋਂ ਜਿਹੜੇ ਆ ਆਪਣੇ ਲੋਕ ਜਿਹੜੇ ਉਹ ਕੱਢੇ ਜਾ ਸਕਣ, ਆਪਣੀਆਂ ਫੌਜਾਂ ਜਿਹੜੀਆਂ ਉਹ ਥੋੜਾ ਤਸੱਲੀ ਨਾਲ ਕੱਢੀਆਂ ਜਾ ਸਕਣ। ਉਸ ਤੋਂ ਬਾਅਦ ਜਿਹੜੀ ਤਰੀਕ ਦਿੱਤੀ ਸੀ ਉਸ ਤਰੀਕ ਤੋਂ ਪਹਿਲਾਂ ਹੀ ਇੱਕ ਬੰਬ ਧਮਾਕਾ ਜਿਹੜਾ ਆ ਕਾਬੁਲ ਦੇ 에ਅਰਪੋਰਟ ਤੇ ਹੋ ਜਾਂਦਾ ਤੇ ਸਥਿਤੀਆਂ ਹੋਰ ਵੀ ਖਰਾਬ ਹੋ ਜਾਂਦੀਆਂ, ਜਿਸ ਤੋਂ ਬਾਅਦ ਸਿਆਸਤ ਇੱਥੇ ਇਹ ਹੁੰਦੀ ਹੈ, ਲਿਬਰਲ ਪਾਰਟੀ ਨੂੰ ਘੇਰਿਆ ਜਾਂਦਾ ਸਰਕਾਰ ਟਰੂਡੋ ਨੂੰ ਕਿ ਉਹਨਾਂ ਨੇ ਸਹੀ ਟਾਈਮ ਤੇ ਰਿਐਕਟ ਨਹੀਂ ਕੀਤਾ। ਸਰਕਾਰ ਜਿਹੜੀ ਆ ਉਹ ਖਤਰਾ ਸਮਝਣ ਦੇ ਵਿੱਚ ਫੇਲ ਰਹੀ ਆ ਔਰ ਸਹੀ ਸਮੇਂ ਤੇ ਉਹ ਲੋਕਾਂ ਨੂੰ ਅਫਗਾਨਿਸਤਾਨ ਤੋਂ ਨਹੀਂ ਕੱਢ ਸਕੀ ਔਰ ਉਹ ਮਾਮਲਾ ਹੱਲੇ ਤੱਕ ਚੱਲਦਾ ਆ ਰਿਹਾ। ਹੱਲੇ ਵੀ ਐਰਨ ਅਟੂਲ ਇਸੇ ਮਸਲੇ ਉੱਤੇ ਜਿਹੜਾ ਵਾ ਟਰੂਡੋ ਸਰਕਾਰ ਨੂੰ ਘੇਰ ਰਿਹਾ ਕਿ ਟਰੂਡੋ ਸਰਕਾਰ ਇਹ ਦੱਸੇ ਕਿ ਉਹ ਰਿਐਕਟ ਕਰਨ ਦੇ ਵਿੱਚ ਕਿਉਂ ਫੇਲ ਹੋਏ। ਸੋ ਉਸੇ ਮੁੱਦੇ ਉੱਤੇ ਹੱਲੇ ਵੀ ਸਿਆਸਤ ਹੋ ਰਹੀ ਆ। ਟਰੂਡੋ ਸਰਕਾਰ ਆਪਣੇ ਦਾਅਵੇ ਕਰ ਰਹੇ ਆ, ਹਰ ਰੋਜ਼ ਜਿਹੜੀਆਂ ਉਹ ਹੁਣ ਫੋਟੋਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, 400 ਕਰਕੇ ਲੋਕ ਜਿਹੜੇ ਆ ਉੱਥੋਂ ਕੱਢ ਕੇ ਲਿਆਂਦੇ ਜਾ ਰਹੇ ਆ, ਫਲਾਈਟਾਂ ਆ ਰਹੀਆਂ ਨੇ। ਕੱਲ ਵੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਤੇਜ਼ੀ ਨਾਲ ਉਹ ਕਹਿੰਦੇ ਇਹ ਕੰਮ ਚੱਲ ਰਿਹਾ। ਇਹਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਇਮੀਗ੍ਰੇਸ਼ਨ ਦੇ ਜਿਹੜੇ ਹੋਰ ਕੰਮ ਚੱਲਦੇ ਆ, ਜਿਹੜੇ ਨਾਰਮਲ ਦੇ ਵਿੱਚ ਪ੍ਰੋਸੈਸਡ ਫਾਈਲਾਂ ਚੱਲਦੀਆਂ ਨੇ, ਉਹ ਵੀ ਪ੍ਰਭਾਵਿਤ ਹੋਈਆਂ ਨੇ। ਔਰ ਜਦੋਂ ਕੋਈ ਫੋਨ ਕਰਕੇ ਪੁੱਛਦਾ ਵੀ ਆ ਕਿ ਉਹਨਾਂ ਦੀ ਫਾਈਲ ਦਾ ਸਟੇਟਸ ਕੀ ਹੈ ਜਾਂ ਦੇਰੀ ਕਿਉਂ ਹੋ ਰਹੀ ਆ, ਤਾਂ ਉੱਥੇ ਇਹ ਕਿਹਾ ਜਾ ਰਿਹਾ ਕਿ ਜੋ ਇਸ ਵਕਤ ਐਮਰਜੈਂਸੀ ਪ੍ਰੋਸੈਸ ਚੱਲ ਰਿਹਾ ਅਫਗਾਨ ਰਿਫਿਊਜੀਆਂ ਦੇ ਮਾਮਲੇ ਨੂੰ, ਉਹ ਕਹਿੰਦੇ ਆ ਕਿ ਇਸ ਵਕਤ ਰਿਸਪੌਂਸ ਕੀਤਾ ਜਾ ਰਿਹਾ ਜੋ ਕਿ ਇਸ ਵਕਤ ਐਮਰਜੈਂਸੀ ਆ। ਸੋ ਇਸ ਕਰਕੇ ਜਿਹੜਾ ਵਾ ਥੋੜੀ ਦੇਰੀ ਹੋ ਰਹੀ ਹੈ, ਰਿਸਪੌਂਸ ਵੀ ਅਫੀਸ਼ੀਅਲ ਤੌਰ ਤੇ ਦਿੱਤਾ ਜਾ ਰਿਹਾ। ਸੋ ਇਸੇ ਮਸਲੇ ਉੱਤੇ ਜਿਹੜੀ ਆ ਵਿਰੋਧੀ ਧਿਰਾਂ ਵੱਲੋਂ ਟਰੂਡੋ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅਫਗਾਨ ਦੇ ਵਿੱਚ ਸਹੀ ਤਰੀਕੇ ਨਾਲ ਰਿਐਕਟ ਕਰਨ, ਆਪਣੇ ਲੋਕਾਂ ਨੂੰ ਉੱਥੋਂ ਕੱਢਣ ਤੇ ਜਿਹੜੇ ਫੌਜ ਦੇ ਮਦਦਕਾਰ ਆ ਉਹਨਾਂ ਲੋਕਾਂ ਨੂੰ ਬਚਾਉਣ ਦੇ ਵਿੱਚ ਸਰਕਾਰ ਫੇਲ ਹੋਈ ਆ। ਜੀ ਮਨਦੀਪ ਜੀ, ਜਿਹੜੀ ਅਗਲੀ ਖਬਰ ਹੈ ਨਾ ਉਹ ਅਮਰੀਕਾ ਵਾਲੇ ਪਾਸੇ ਤੋਂ ਸਾਹਮਣੇ ਆਈ ਹੈ, ਜਿੱਥੇ ਨਾਇਗਰਾ ਨਦੀ ਵਿੱਚ ਇੱਕ ਗੱਡੀ ਡਿੱਗ ਗਈ। ਪੁਲਿਸ ਵੱਲੋਂ ਇਸ ਮਾਮਲੇ ਸੰਬੰਧੀ ਹੁਣ ਅਪਡੇਟ ਸਾਂਝੀ ਕੀਤੀ ਗਈ ਹੈ, ਜਾਣਕਾਰੀ ਦਿੱਤੀ ਗਈ ਹੈ। ਸੋ ਇਸ ਬਾਰੇ ਕੀ ਦੱਸਿਆ ਜਾ ਰਿਹਾ ਹੈ? ਬਿਲਕੁਲ ਜੀ, ਅੱਜ ਉੱਥੇ ਇੱਕ ਦਰਦਨਾਕ ਘਟਨਾ ਵਾਪਰੀ ਆ ਔਰ ਜਿਹੜੀ ਇਹ ਨਾਇਗਰਾ ਨਦੀ ਆ ਇਹਦੇ ਵਿੱਚ ਅਮਰੀਕਾ ਵਾਲੇ ਪਾਸੇ ਜਿਹੜੀ ਆ ਇੱਕ ਕਾਰ ਜਿਹੜੀ ਉਹ ਡਿੱਗ ਪਈ। ਹਾਲਾਂਕਿ ਹਾਲੇ ਤੱਕ ਇਹ ਨਹੀਂ ਪਤਾ ਲੱਗ ਸਕਿਆ, ਖੁਦ ਹੈਰਾਨ ਨੇ ਕਿ ਇੰਨੀ ਅੱਗੇ ਤੱਕ ਇਹ ਗੱਡੀ ਕਿਵੇਂ ਚਲੇ ਗਈ। ਔਰ ਜਿਹੜਾ ਨਾਇਗਰਾ ਫਾਲ ਆ ਉਹ ਤੋਂ ਮਹਿਜ 50 ਮੀਟਰ ਜਿਹੜੀ ਇਹ ਗੱਡੀ ਪਿੱਛੇ ਰਹਿ ਗਈ ਸੀ। ਸੋ ਕਾਫੀ ਤੇਜ਼ੀ ਨਾਲ ਅੱਗੇ ਵਧ ਰਹੀ ਸੀ। ਸੋ ਅਮਰੀਕਾ ਦੇ ਜਿਹੜੇ ਰੱਖਿਆ ਗਾਰਡ ਆ ਉਹਨਾਂ ਨੇ ਹੈਲੀਕਾਪਟਰ ਦੀ ਮਦਦ ਨਾਲ ਔਰਤ ਨੂੰ ਜਿਹੜਾ ਵਾ ਉਸ ਥਾਂ ਤੋਂ ਕੱਢਿਆ। ਸੋ ਕਿਤਨਾ ਕਿਤੇ ਜਿਹੜਾ ਸੀਗਾ ਉਹ ਕਾਫੀ ਡਰਾਉਣਾ ਜਿਹਾ ਦ੍ਰਿਸ਼ ਸੀਗਾ ਉਹ। ਹਾਲਾਂਕਿ ਉਹਨਾਂ ਨੇ ਔਰਤ ਨੂੰ ਉੱਥੋਂ ਕੱਢ ਲਿਆ, ਪਰ 60 ਸਾਲ ਦੀ ਉਹਨਾਂ ਦੀ ਉਮਰ ਦੱਸੀ ਜਾ ਰਹੀ ਹੈ, ਜਿਸ ਦੀ ਮੌਤ ਜਿਹੜੀ ਉਹ ਹੋ ਚੁੱਕੀ ਆ। ਸੋ ਹੁਣ ਜਾਂਚ ਇਹ ਕੀਤੀ ਜਾ ਰਹੀ ਹੈ ਕਿ ਆਖਰਕਾਰ ਜਿਹੜਾ ਇਹ ਘਟਨਾ ਸੀ ਉਹ ਕਿਵੇਂ ਘਟੀ। ਮਨਦੀਪ ਜੀ, ਅਗਲੀ ਖਬਰ ਜਿਹੜੀ ਹੈ ਉਹ ਬੂਸਟਰ ਸ਼ਾਟ ਨਾਲ ਜੁੜੀ ਹੋਈ ਹੈ। ਕਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਹਮਣੇ ਆਇਆ ਤਾਂ ਵੱਖ-ਵੱਖ ਦੇਸ਼ਾਂ ਵਿੱਚ ਇਸ ਨੂੰ ਲੈ ਕੇ ਚਿੰਤਾ ਦੇਖਣ ਨੂੰ ਮਿਲ ਰਹੀ ਹੈ। ਪਰ ਹੁਣ ਇਸ ਵੇਰੀਐਂਟ ਨੂੰ ਲੈ ਕੇ ਫਾਈਜ਼ਰ ਵੱਲੋਂ ਵੱਡੀ ਗੱਲ ਆਖੀ ਗਈ ਹੈ। ਕੀ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ? ਜੀ ਬਿਲਕੁਲ, ਕਿਉਂਕਿ ਐਲਾਨ ਇਸ ਵਕਤ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀ ਕਿ ਹਾਲੇ ਤੱਕ ਕਿਸੇ ਵੀ ਜਿਹੜਾ ਉਹ ਕੰਪਨੀ ਨੇ ਨਹੀਂ ਐਲਾਨ ਕੀਤਾ ਸੀਗਾ ਵੈਕਸੀਨ ਵਾਲੀ ਨੇ ਕਿ ਓਮਿਕਰੋਨ ਨੂੰ ਲੈ ਕੇ, ਨਵੇਂ ਵੇਰੀਐਂਟ ਨੂੰ ਲੈ ਕੇ ਉਹਨਾਂ ਦਾ ਕੀ ਸਟੈਂਡ ਆ, ਉਹਨਾਂ ਦੀ ਜਿਹੜੀ ਵੈਕਸੀਨ ਆ ਉਹਨਾਂ ਦਾ ਕਿੰਨਾ ਅਸਰ ਉੱਤੇ ਹੋਊਗਾ। ਸੋ ਹੁਣ ਫਾਈਜ਼ਰ ਅਜਿਹੀ ਪਹਿਲੀ ਜਿਹੜੀ ਉਹ ਇਸ ਵਕਤ ਅਸੀਂ ਕਹਿ ਸਕਦੇ ਹਾਂ ਕਿ ਜਿਹਦੇ ਸਭ ਤੋਂ ਵੱਧ ਜਿਹੜੇ ਟੀਕੇ ਆ ਉਹ ਕੈਨੇਡਾ 'ਚ ਲੱਗੇ ਆ। ਸੋ ਉਹਨਾਂ ਵੱਲੋਂ ਹੁਣ ਇਹ ਦਾਅਵਾ ਕੀਤਾ ਗਿਆ ਕਿ ਜਿਹੜਾ ਉਹਨਾਂ ਦਾ ਬੂਸਟਰ ਸ਼ਾਟ ਆ, ਜੇਕਰ ਤੁਸੀਂ ਉਹ ਲਗਵਾਉਂਦੇ ਹੋ ਤਾਂ ਉਸ ਤੋਂ ਬਾਅਦ ਜਿਹੜਾ ਵਾ ਇਹ ਨਵੇਂ ਵੇਰੀਐਂਟ ਦਾ ਖਤਰਾ ਕਹਿੰਦੇ ਬਹੁਤ ਘਟ ਜਾਵੇਗਾ। ਔਰ ਉਹਨਾਂ ਨੇ ਸਫਲਤਾਪੂਰਵਕ ਕਹਿੰਦੇ ਅਸੀਂ ਇਹਦਾ ਟੈਸਟ ਵੀ ਕੀਤਾ ਆ। ਸੋ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਰਾਹਤ ਦੀ ਖਬਰ ਵੀ ਆ ਕਿ ਘੱਟੋ ਘੱਟ ਜਿਹੜਾ ਨਵਾਂ ਵੇਰੀਐਂਟ ਆਇਆ। ਹਾਲਾਂਕਿ ਰਾਹਤ ਦੀ ਖਬਰ ਤਾਂ ਪਿਛਲੇ ਦਿਨੀ ਉਦੋਂ ਹੀ ਮਿਲ ਗਈ ਸੀ ਜਦੋਂ ਅਮਰੀਕਾ ਦੇ ਜਿਹੜੇ ਚੀਫ ਮੈਡੀਕਲ ਐਡਵਾਈਜ਼ਰ ਨੇ ਜੋ ਬਾਈਡਨ ਦੇ ਡਾਕਟਰ ਐਂਥਨੀ ਫੌਂਚੀ ਜਿਹੜੇ ਆ ਉਹਨਾਂ ਨੇ ਕਿਹਾ ਸੀ ਕਿ ਇਹ ਡੈਲਟਾ ਨਾਲੋਂ ਜਿਹੜਾ ਉਹ ਘੱਟ ਖਤਰਨਾਕ ਆ, ਉਹਨਾਂ ਖਤਰਨਾਕ ਨਹੀਂਗਾ ਜਿੰਨਾ ਰੌਲਾ ਪਾਇਆ ਜਾ ਰਿਹਾ। ਸੋ ਇਸ ਤੋਂ ਬਾਅਦ ਜਦੋਂ ਫਿਰ ਇੱਥੇ BC ਦੇ ਜਿਹੜੇ ਸਿਹਤ ਮੰਤਰੀ ਉਹਨਾਂ ਨੇ ਵੀ ਕਿਹਾ ਸੀ, ਕਹਿੰਦੇ ਸਾਡੇ ਲਈ ਹੱਲੇ ਵੀ ਵੱਡਾ ਖਤਰਾ ਜਿਹੜਾ ਆ ਉਹ ਜਿਹੜਾ ਇਸ ਤੋਂ ਪਹਿਲਾਂ ਆਇਆ ਸੀ ਡੈਲਟਾ ਵੇਰੀਐਂਟ ਉਹੀ ਆ। ਸੋ ਇਹਦੇ ਨਾਲ ਉਹਨਾਂ ਅਸਰ ਕੋਈ ਨਹੀਂ ਪੈ ਰਿਹਾ, ਕੋਈ ਖਾਸ ਹਦਾਇਤਾਂ, ਕੋਈ ਵੱਖਰੀਆਂ ਹਦਾਇਤਾਂ ਓਮਿਕਰੌਨ ਲਈ ਕ੍ਰਿਸਮਸ ਨੂੰ ਲੈ ਕੇ ਨਹੀਂ ਦਿੱਤੀਆਂ ਜਾ ਰਹੀਆਂ। ਔਰ ਹੁਣ ਜੇਕਰ ਅਸੀਂ ਕਹੀਏ ਤਾਂ ਫਾਈਜ਼ਰ ਦੇ ਬੂਸਟਰ ਸ਼ਾਟ ਨੂੰ ਇਸ ਵਕਤ ਕਿਹਾ ਜਾ ਰਿਹਾ ਕਿ ਉੱਤੇ ਅਸਰਦਾਰ ਆ। ਔਰ ਅਸੀਂ ਪਹਿਲਾਂ ਵੀ ਦਰਸ਼ਕਾਂ ਨੂੰ ਜਾਣਕਾਰੀ ਦੇ ਚੁੱਕੇ ਹਾਂ ਕਿ ਫਾਈਜ਼ਰ ਦੇ ਬੂਸਟਰ ਸ਼ਾਟ ਦੀ ਐਲੀਜੀਬਿਲਟੀ ਆਲਰੇਡੀ ਜਿਹੜਾ ਵਾ ਕਈ ਸੂਬਿਆਂ ਨੇ ਵਧਾਉਣੀ ਸ਼ੁਰੂ ਕਰ ਦਿੱਤੀ ਆ। ਕਿਊਬਕ ਨੇ ਵੀ
ਜਿੱਥੇ ਪਹਿਲਾਂ 70 ਸਾਲ ਤੋਂ ਉੱਪਰ ਲੋਕਾਂ ਦੇ ਫਾਈਜ਼ਰ ਦੇ ਟੀਕੇ ਜਿਹੜੇ ਲੱਗ ਰਹੇ ਸੀ ਉਹ ਹੁਣ 50 ਸਾਲ ਤੋਂ ਉੱਪਰ ਦੇ ਲੱਗ ਰਹੇ ਆ। ਅੰਟਾਰੀਓ ਦੇ ਵਿੱਚ ਵੀ ਇਸੇ ਤਰੀਕੇ ਨਾਲ ਕਰ ਦਿੱਤਾ ਗਿਆ ਤੇ ਹੁਣ ਐ ਲੱਗਦਾ ਕਿ ਸ਼ਾਇਦ ਇਹ ਘਟ ਕੇ ਜਿਹੜੀ ਆ ਇਹ 18 ਸਾਲ ਤੇ ਵੀ ਪਹੁੰਚ ਸਕਦੀ ਹੈ ਕਿ ਜੇਕਰ ਫਾਈਜ਼ਰ ਵੱਲੋਂ, ਹਾਲਾਂਕਿ ਹਾਲੇ ਹੈਲਥ ਕੈਨੇਡਾ ਵੱਲੋਂ ਇਹਦੇ ਉੱਤੇ ਜਿਹੜੀ ਆਪਣੀ ਗੱਲ ਰੱਖੀ ਜਾਵੇਗੀ। ਹੈਲਥ ਕੈਨੇਡਾ ਜੇਕਰ ਇਸ ਤਰੀਕੇ ਨਾਲ ਮੰਨਦਾ ਆ, ਪਰ ਕਿਉਂਕਿ ਬੂਸਟਰ ਸ਼ਾਟ ਜਿਹੜੇ ਆ ਉਹ ਪਹਿਲਾਂ ਹੀ ਲੋਕਾਂ ਦੇ ਲੱਗ ਰਹੇ ਆ, ਸੋ ਇਸ ਕਰਕੇ ਮੈਨੂੰ ਲੱਗਦਾ ਕਿ ਬਹੁਤਾ ਕੋਈ ਸਮਾਂ ਨਹੀਂ ਲਿਆ ਜਾਵੇਗਾ। ਸੋ ਇਹ ਜਿਹੜੀ ਮਨਿਆਦ ਆ ਘਟ ਕੇ 50 ਤੋਂ 30, 40 ਜਾਂ 18 ਤੱਕ ਵੀ ਆ ਸਕਦੀ ਆ। ਸੋ ਦੇਖਦੇ ਆ ਫੈਸਲਾ ਕਦੋਂ ਲਿਆ ਜਾਂਦਾ, ਪਰ ਫਾਈਜ਼ਰ ਵੱਲੋਂ ਜੋ ਦਾਅਵਾ ਕੀਤਾ ਜਾ ਰਿਹਾ ਉਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਸਾਹ ਜ਼ਰੂਰ ਆਇਆ ਜੀ। ਅਗਲੀ ਖਬਰ ਮਨਦੀਪ ਜੀ ਓਨਟਾਰੀਓ ਨਾਲ ਜੁੜੀ ਹੋਈ ਹੈ। ਓਨਟਾਰੀਓ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਹੋਏ ਦਿਖਾਈ ਦੇ ਰਹੇ ਨੇ, ਇਸ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਬਿਲਕੁਲ ਜੀ, ਜੇਕਰ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖੀਏ ਤਾਂ ਲਗਾਤਾਰ ਜਿਹੜੇ ਉਹ ਇੱਕ ਜਿਹੜਾ ਅਸੀਂ 1000 ਦੇ ਨੇੜੇ ਤੇੜੇ ਮਾਮਲੇ ਜਿਹੜੇ ਉਹ ਸਾਹਮਣੇ ਆ ਰਹੇ ਆ। ਜੇਕਰ ਅਸੀਂ ਅੱਜ ਦੀ ਵੀ ਗੱਲ ਕਰੀਏ ਤਾਂ 1000 ਤੋਂ ਕੁਝ ਉੱਪਰ ਜਿਹੜੇ ਮਾਮਲੇ ਸਾਹਮਣੇ ਆਏ ਨੇ ਤੇ ਜਿਹੜੀ 8 ਲੋਕਾਂ ਦੀ ਮੌਤ ਆ ਜਿਹੜੀ ਹੋਈ ਆ। ਔਰ ਪਿਛਲੇ ਦਿਨੀ ਜਿਹੜਾ ਐਤਵਾਰ ਦੀ ਅਸੀਂ ਗੱਲ ਕਰੀਏ ਤਾਂ 1100 ਦੇ ਕਰੀਬ ਮਾਮਲੇ ਸਾਹਮਣੇ ਆਏ ਸੀ। ਫਿਰ 987 ਮਾਮਲੇ ਜਿਹੜੇ ਉਹ ਸੋਮਵਾਰ ਨੂੰ ਸਾਹਮਣੇ ਆਏ ਸੀ, ਮਾਫ ਕਰਨਾ 928 ਮਾਮਲੇ। ਸੋ ਇਸ ਤਰੀਕੇ ਨਾਲ ਇਸ ਵਕਤ ਅੰਟਾਰੀਓ ਦੇ ਵਿੱਚ ਮਾਮਲੇ ਜਿਹੜੇ ਆ ਉਹ ਅਸੀਂ ਇਹਨਾਂ ਨੂੰ ਘੱਟ ਨਹੀਂ ਕਹਿ ਸਕਦੇ ਜੇਕਰ ਇਸ ਗਿਣਤੀ 'ਚ ਮਾਮਲੇ ਆ ਰਹੇ ਨੇ। ਔਰ ਇਹਦੇ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਇਸੇ ਕਰਕੇ ਪ੍ਰੂਫ ਆਫ ਵੈਕਸੀਨੇਸ਼ਨ ਅਤੇ ਜਿਹੜੀ ਹੋਰ ਢਿੱਲ ਮਿਲਣੀ ਸੀ, ਹੋਰ ਰਾਹਤ ਮਿਲਣੀ ਸੀ, ਉਹ ਇਸ ਵਕਤ ਅੰਟਾਰੀਓ ਵਾਸੀਆਂ ਨੂੰ ਨਹੀਂ ਮਿਲੀ ਆ। ਤੇ ਅੱਗੇ ਹੋਰ ਜਿਹੜੇ ਲੋਕ ਰਹਿ ਗਏ ਆ ਉਹਨਾਂ ਨੂੰ ਵੈਕਸੀਨ ਲਵਾਉਣ ਦੀ ਸਲਾਹ ਬੜੇ ਜ਼ੋਰ ਸ਼ੋਰ ਨਾਲ ਦਿੱਤੀ ਜਾ ਰਹੀ ਹੈ, ਕਿਉਂਕਿ ਬਹੁਤੇ ਕੇਸ ਉਹੀ ਸਾਹਮਣੇ ਆ ਰਹੇ ਆ ਜਿਨ੍ਹਾਂ ਦੇ ਇਸ ਵਕਤ ਵੈਕਸੀਨ ਨਹੀਂ ਲੱਗੀ ਹੈ। ਮਨਦੀਪ ਜੀ ਅਗਲੀ ਜਿਹੜੀ ਖਬਰ ਸਾਹਮਣੇ ਆਈ ਹੈ, ਇਸ ਮੁਤਾਬਕ ਪੁਲਿਸ ਨੂੰ ਨਸ਼ੇ ਦੇ ਸੰਬੰਧ ਵਿੱਚ ਵੱਡੀ ਸਫਲਤਾ ਹੱਥ ਲੱਗੀ ਹੈ। ਉਹਨਾਂ ਵੱਲੋਂ ਨਸ਼ੇ ਦੇ ਮਾਮਲੇ ਦੇ ਸੰਬੰਧ ਵਿੱਚ 9 ਜਾਣੇ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਵਿੱਚ ਕਈ ਪੰਜਾਬੀ ਵੀ ਨੇ ਤੇ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕੀ ਹੈ ਪੂਰਾ ਮਾਮਲਾ? ਜੀ ਬਿਲਕੁਲ ਇੰਦਰਪ੍ਰੀਤ ਜੀ, ਔਰ ਇਹ ਬੜੀ ਚਿੰਤਾ ਦੀ ਗੱਲ ਵੀ ਹੈ ਕਿਉਂਕਿ ਪਿਛਲੇ ਇੱਕ ਸਾਲ ਤੋਂ ਜਿੰਨੀਆਂ ਕੁ ਅਸੀਂ ਖਬਰਾਂ ਚੱਕ ਕੇ ਦੇਖ ਲਈਏ ਔਰ ਵੱਡੀ ਗਿਣਤੀ ਵਿੱਚ ਜਦੋਂ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਆ ਤਾਂ ਉਹਦੇ ਵਿੱਚ ਪੰਜਾਬੀਆਂ ਦੇ ਨਾਮ ਵੀ ਸ਼ਾਮਲ ਹੁੰਦੇ ਆ। ਔਰ ਇੱਕ ਦੋ ਖਬਰਾਂ ਤਾਂ ਅਜਿਹੀਆਂ ਸੀ ਜਿਹਦੇ ਵਿੱਚ ਸਾਰੇ ਦੇ ਸਾਰੇ ਤਕਰੀਬਨ ਪੰਜਾਬੀ ਸ਼ਾਮਲ ਸੀਗੇ। ਔਰ ਇਸ ਹੋਰ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਸੋ ਜਿਹਦੀ ਤੁਸੀਂ ਗੱਲ ਕੀਤੀ ਆ ਕਿ 9 ਜਾਣਿਆਂ ਚੋਂ ਕਈ ਪੰਜਾਬੀ ਆ। ਸੋ ਜੇਕਰ ਅਸੀਂ ਕਹੀਏ ਤਾਂ ਇਹਨਾਂ 9 ਜਾਣਿਆਂ ਵਿੱਚੋਂ ਬਹੁਤੇ ਪੰਜਾਬੀ ਹੀ ਆ। 9 ਦੇ ਵਿੱਚੋਂ 6 ਜਿਹੜੇ ਉਹ ਪੰਜਾਬੀ ਨੌਜਵਾਨ ਆ। ਔਰ ਕੈਲਗਰੀ ਅਤੇ ਇਹਦੇ ਨਾਲ ਹੀ ਸਸਕਾਤੂਨ ਪੁਲਿਸ ਵੱਲੋਂ ਰਲ ਕੇ ਜਿਹੜਾ ਵਾ ਇਹ ਪਿਛਲੇ 18 ਮਹੀਨਿਆਂ ਤੋਂ ਜਿਹੜੀ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਸੀ। ਔਰ ਕੁੱਲ ਮਿਲਾ ਕੇ ਹੁਣ ਜਦੋਂ ਸਾਰੀ ਜਾਂਚ ਪੂਰੀ ਹੋਈ ਆ ਤੇ 73 ਚਾਰਜ ਜਿਹੜੇ ਆ ਇਹਨਾਂ 9 ਲੋਕਾਂ ਤੇ ਲੱਗੇ ਆ। ਔਰ ਜਿਹੜੇ ਪੰਜਾਬੀ ਨੌਜਵਾਨ ਇਹਦੇ ਵਿੱਚ ਚਾਰਜ ਕੀਤੇ ਗਏ ਆ ਉਹਦਾ ਵਿੱਚ ਜੇਕਰ ਅਸੀਂ ਉਹਨਾਂ ਦੀ ਉਮਰ ਤੇ ਨਾਮ ਦੱਸੀਏ ਤਾਂ ਉਹਦੇ ਵਿੱਚ ਸਭ ਤੋਂ ਪਹਿਲਾ ਨਾਮ ਜਿਹੜਾ ਅਮਨਦੀਪ ਸੱਗੂ, ਜਿਹਦੀ ਉਮਰ 31 ਸਾਲ ਦੱਸੀ ਜਾ ਰਹੀ ਆ। 25 ਸਾਲ ਦਾ ਰਵਨੀਤ ਗਿੱਲ, 22 ਸਾਲ ਦਾ ਪ੍ਰਭਜੋਤ ਭੱਟੀ, 23 ਸਾਲਾਂ ਦਾ ਜਰਮਨਜੀਤ ਦੇਤਵਾਸ, ਇਹਦੇ ਨਾਲ ਹੀ 22 ਸਾਲਾਂ ਦਾ ਜਸਕਰਨ ਸਿੱਧੂ, 19 ਸਾਲਾਂ ਦਾ ਜਸਮਨ ਧਾਲੀਵਾਲ, 27 ਸਾਲਾਂ ਦਾ ਜਿਹੜਾ ਇੱਕ ਸਟੀਵਨ ਵਾਈਟ ਹੈ। ਇਸ ਤੋਂ ਪਹਿਲਾਂ ਜਿਹੜੇ ਪੰਜਾਬੀ ਨੌਜਵਾਨ ਸੀ ਉਹਦਾ ਨਾਮ ਹੈ। ਔਰ ਨਾਲ ਜਿਹੜੇ ਹੋਰ ਕੀਤੇ ਗਏ ਉਹਦੇ ਵਿੱਚੋਂ 23 ਸਾਲਾਂ ਦਾ ਜਿਹੜਾ ਵਾ ਫਾਰੂਕ ਅਤੇ 22 ਸਾਲਾਂ ਦਾ ਜਿਹੜਾ ਇੱਕ ਇਆਜ਼ ਨਾਮ ਦਾ ਜਿਹੜਾ ਨੌਜਵਾਨ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਵੱਧ ਤੋਂ ਵੱਧ 31 ਸਾਲ ਦੀ ਉਮਰ ਹੈ ਇਹਦੇ ਵਿੱਚ ਤੇ ਘੱਟ ਤੋਂ ਘੱਟ 19 ਸਾਲ ਦੀ ਉਮਰ ਦੇ ਜਿਹੜੇ ਨੌਜਵਾਨ ਨੇ। ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਇੱਕ ਜਿਹੜਾ ਨੌਜਵਾਨਾਂ ਦਾ ਗਰੋਹ ਆ ਉਹਦਾ ਪਰਦਾਫਾਸ਼ ਕੀਤਾ, ਜਿਹੜੇ 9 ਦੇ 9 ਨੌਜਵਾਨ ਨੇ। ਸੋ 6 ਇਹਦੇ ਵਿੱਚੋਂ ਪੰਜਾਬੀ ਨੇ। ਸੋ ਇਹਨਾਂ ਕੋਲੋਂ ਵੱਡੀ ਗਿਣਤੀ ਵਿੱਚ ਜਿਹੜੇ ਉਹ ਕੈਸ਼ ਬਰਾਮਦ ਕੀਤਾ ਗਿਆ, ਜਿਹੜਾ ਨਸ਼ਾ ਬਰਾਮਦ ਕੀਤਾ ਗਿਆ, ਜੋ ਇਸ ਵਕਤ ਤਸਵੀਰਾਂ ਸਾਡੇ ਦਰਸ਼ਕ ਦੇਖ ਰਹੇ ਦੇ ਨਾਲ ਇਹ ਉਸੇ ਕੈਸ਼ ਦੀਆਂ ਹਥਿਆਰਾਂ ਦੀਆਂ ਨੇ ਜਿਹੜਾ ਨਸ਼ਾ ਇਹਨਾਂ ਕੋਲੋਂ ਬਰਾਮਦ ਕੀਤਾ ਗਿਆ। ਸੋ ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਇੱਕ ਬਹੁਤ ਵੱਡੀ ਕਾਮਯਾਬੀ ਜਿਹੜੀ ਇਹ ਪੁਲਿਸ ਦੇ ਹੱਥ ਲੱਗੀ ਆ। ਔਰ ਇਹਦੀ ਜਾਂਚ ਜਿਹੜੀ ਆ ਉਹ ਪਿਛਲੇ 18 ਮਹੀਨਿਆਂ ਤੋਂ ਚੱਲ ਰਹੀ ਸੀ। ਜੀ ਮਨਦੀਪ ਜੀ, ਅੱਜਕੱਲ ਵੈਸੇ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਖਾਸ ਕਰ ਜਿਹੜੇ ਟਿਕਟੌਕ ਤੇ ਬਹੁਤ ਸਾਰੇ ਟ੍ਰੈਂਡ ਵਾਇਰਲ ਹੁੰਦੇ ਨੇ। ਅਜਿਹਾ ਟ੍ਰੈਂਡ ਜਿਹੜਾ ਸੀ ਉਹ ਸਰੀ ਤੋਂ ਵੀ ਵਾਇਰਲ ਹੋਇਆ। ਇਸ ਬਾਰੇ ਜਾਣਕਾਰੀ ਤੁਹਾਡੇ ਤੋਂ ਹਾਸਿਲ ਕਰਨਾ ਚਾਹਾਂਗੇ ਕਿ ਅੱਜਕੱਲ ਜਿਹੜਾ ਸਰੀ ਦਾ ਟ੍ਰੈਂਡ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆਇਆ, ਇਸ ਬਾਰੇ ਕੀ ਜਾਣਕਾਰੀ ਹੈ? ਬਿਲਕੁਲ ਜੀ, ਅਸੀਂ ਅਕਸਰ ਦੇਖਦੇ ਹਾਂ ਕਿ ਕਈ ਵਾਰ ਇਹੋ ਜਿਹੇ ਟ੍ਰੈਂਡ ਚੱਲ ਪੈਂਦੇ ਆ ਸੋਸ਼ਲ ਮੀਡੀਆ ਤੋਂ ਲੈ ਕੇ ਜਾਂ ਫਿਰ ਕਈ ਵਾਰ ਆਨਲਾਈਨ ਗੇਮਸ ਤੋਂ ਲੈ ਕੇ, ਜਿਹਦੇ ਵਿੱਚ ਕਾਫੀ ਨੁਕਸਾਨ ਹੁੰਦਾ ਆ। ਸਾਡੇ ਕੋਲ ਇੱਕ ਬਹੁਤ ਵੱਡੀ ਐਗਜ਼ਾਮਪਲ ਪਿਛਲੇ ਸਮੇਂ ਵਿੱਚ ਬਲੂ ਵੇਲ ਦੀ ਜਿਹੜੀ ਗੇਮ ਆ ਉਹਦੇ ਵਜੋਂ ਵੀ ਪਈ ਆ। ਔਰ ਜਿਹੜਾ ਸਰੀ ਤੋਂ ਇੱਕ ਨਵਾਂ ਟ੍ਰੈਂਡ ਸਾਹਮਣੇ ਆਇਆ ਉਹਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਕੁਝ ਪਬਲਿਕ ਥਾਵਾਂ ਤੇ ਜਿਹੜਾ ਮਾਲੀ ਨੁਕਸਾਨ ਜ਼ਰੂਰ ਹੋਇਆ।
ਕਿਉਂਕਿ ਪੁਲਿਸ ਵੱਲੋਂ ਜਿਹੜੀ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਔਰ ਮਾਮਲੇ ਖਾਸ ਕਰਕੇ ਸਰੀ ਦੇ ਕਲੋਬਡੇਲ ਇਲਾਕੇ ਤੋਂ ਸਾਹਮਣੇ ਆ ਰਹੇ ਸੀਗੇ, ਜਿਹਦੇ ਵਿੱਚ ਪਬਲਿਕ ਵਾਸ਼ਰੂਮ ਜਿਹੜੇ ਆ ਖਾਸ ਕਰਕੇ ਪਾਰਕਾਂ ਦੇ ਵਿੱਚ ਉਹਨਾਂ ਦੀ ਭੰਨਤੋੜ ਜਿਹੜੀ ਆ ਬੁਰੇ ਤਰੀਕੇ ਨਾਲ ਕੀਤੀ ਜਾ ਰਹੀ ਸੀ। ਉੱਥੇ ਹੋਰ ਵੀ ਨੁਕਸਾਨ ਜਿਹੜਾ ਸਮਾਨ ਨੂੰ ਪਹੁੰਚਾਇਆ ਜਾ ਰਿਹਾ ਸੀਗਾ। ਸੋ ਉਹਦੇ ਸੰਬੰਧੀ ਹੁਣ ਆਰਸੀਐਮਪੀ ਵੱਲੋਂ ਜਾਣਕਾਰੀ ਇਹ ਦਿੱਤੀ ਗਈ ਹੈ ਕਿ ਕਹਿੰਦੇ ਇਹ ਹੋ ਸਕਦਾ ਆ ਕਿ ਕਿਸੇ ਨਾ ਕਿਸੇ ਸੋਸ਼ਲ ਪਲੇਟਫਾਰਮ ਤੇ ਵੀਡੀਓ ਅਪਲੋਡ ਕਰਨ ਲਈ ਜਾਂ ਉਹਦੇ ਲਈ ਚੈਲੰਜ ਲਈ ਜਿਹੜੀਆਂ ਇਹ ਭੰਨਤੋੜ ਕੀਤੀ ਜਾ ਰਹੀ ਸੀ। ਔਰ ਸ਼ੱਕ ਜਿਹੜਾ ਇੱਕ ਵਾਰੀ ਫਿਰ ਟਿਕਟੌਕ ਦਾ ਜਤਾਇਆ ਜਾ ਰਿਹਾ ਕਿ ਕਿਸੇ ਟਿਕਟੌਕ ਚੈਲੰਜ ਦੇ ਕਾਰਨ ਇਸ ਤਰੀਕੇ ਦੀ ਤੋੜ ਭੰਨ ਕਰਕੇ ਉਹਦੀ ਵੀਡੀਓ ਬਣਾਈ ਜਾਂਦੀ ਸੀ ਔਰ ਫਿਰ ਚੈਲੰਜ ਵਜੋਂ ਲਿਆ ਜਾਂਦਾ ਸੀ। ਅੱਗੇ ਫਿਰ ਕਿਸ ਨੂੰ ਚੈਲੰਜ ਕੀਤਾ ਜਾਂਦਾ ਸੀਗਾ, ਉਹ ਅੱਗੇ ਫਿਰ ਆਪਣੇ ਕਿਤੇ ਜਾ ਕੇ ਭੰਨ ਤੋੜ ਕਰਕੇ ਵੀਡੀਓ ਬਣਾਉਂਦੇ ਸੀ, ਫਿਰ ਉਹਨੂੰ ਟਿਕਟੌਕ ਤੇ ਅਪਲੋਡ ਕਰਦੇ ਸੀਗੇ। ਸੋ ਇਸ ਸੰਬੰਧੀ ਜਿਹੜੀਆਂ ਕੁਝ ਤਸਵੀਰਾਂ ਸੀ, ਜਿਹੜੀਆਂ ਨੁਕਸਾਨ ਉਹ ਸਰੀ ਪੁਲਿਸ ਵੱਲੋਂ ਜਿਹੜੀਆਂ ਸਾਂਝੀਆਂ ਕੀਤੀਆਂ ਗਈਆਂ ਸੀ। ਸੋ ਜਾਂਚ ਚੱਲ ਰਹੀ ਆ, ਪਰ ਇੰਨਾ ਜ਼ਰੂਰ ਹੈ ਕਿ ਪਬਲਿਕ ਵਾਸ਼ਰੂਮਸ ਦਾ ਇਹਦੇ ਵਿੱਚ ਕਾਫੀ ਨੁਕਸਾਨ ਕੀਤਾ, ਬੜੀ ਬੁਰੇ ਤਰੀਕੇ ਨਾਲ ਭੰਨਤੋੜ ਜਿਹੜੀ ਉਹਨਾਂ ਦੀ ਕੀਤੀ ਗਈ ਹੈ। ਜੀ ਮਨਦੀਪ ਜੀ, ਭਾਰਤ ਦੇ ਕਿਸਾਨ ਕਾਫੀ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀਆਂ ਲੜਾਈਆਂ ਲੜ ਰਹੇ ਸਨ, ਬਾਰਡਰ ਦੇ ਉੱਪਰ ਡਟੇ ਹੋਏ ਸਨ ਤੇ ਭਾਰਤ ਸਰਕਾਰ ਵੱਲੋਂ ਹੁਣ ਲਗਭਗ ਜਿਹੜੀਆਂ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਨੇ। ਤੇ ਇਸ ਬਾਰੇ ਕੈਨੇਡਾ ਤੋਂ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ? ਕੈਨੇਡਾ ਵਿੱਚ ਇਸ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ? ਬਿਲਕੁਲ ਜੀ, ਜਿੰਨਾ ਲੰਬਾ ਸਮਾਂ ਜਿਹੜਾ ਮੋਰਚਾ ਸੀ ਉਹ ਦਿੱਲੀ ਦੀਆਂ ਬਰੂਹਾਂ ਤੇ ਚੱਲਿਆ, ਪੰਜਾਬ ਦੇ ਜਾਂ ਭਾਰਤ ਦੇ ਕਿਸਾਨਾਂ ਦਾ, ਹਰਿਆਣਾ ਦੇ ਕਿਸਾਨਾਂ ਦਾ, ਯੂਪੀ ਦੇ ਕਿਸਾਨਾਂ ਦਾ, ਉਨਾ ਹੀ ਲੰਬਾ ਮੋਰਚਾ ਅਸੀਂ ਕਹਿ ਸਕਦੇ ਹਾਂ ਕਿ ਇੱਧਰ ਕੈਨੇਡਾ ਵਿੱਚ ਵੀ ਚੱਲਿਆ। ਬਰਾਬਰ ਦੇ ਮੋਰਚੇ ਲੱਗੇ ਹੋਏ ਸੀਗੇ। ਪਿਛਲੇ ਦਿਨ ਅਸੀਂ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਜਦੋਂ ਇਹ ਐਲਾਨ ਹੋਇਆ ਸੀ ਔਰ ਖਾਸ ਕਰਕੇ ਜਦੋਂ ਪਾਰਲੀਮੈਂਟ 'ਚ ਕਾਨੂੰਨ ਵਾਪਸ ਵੀ ਹੋ ਗਿਆ ਸੀ ਤਾਂ 372 ਦਿਨਾਂ ਬਾਅਦ ਜਿਹੜਾ ਸੀ ਇੱਥੋਂ ਇੱਕ ਧਰਨਾ ਚੱਕਿਆ ਗਿਆ ਸੀ। ਐਪਸਫੋਰਡ ਦੇ ਵਿੱਚ ਪਿਛਲੇ 372 ਦਿਨ ਜਿਹੜੇ ਲਗਾਤਾਰ ਜਿਹੜੇ ਉਹ ਲੋਕ ਖੜੇ ਰਹੇ, ਉੱਥੇ ਉਹ ਝੰਡੀਆਂ ਲੈ ਕੇ ਇਸ ਮੋਰਚੇ ਦੀ ਹਮਾਇਤ ਦੇ ਵਿੱਚ ਖੜਦੇ ਸੀ, ਲੋਕਾਂ ਨੂੰ ਜਾਗਰੂਕ ਕਰਦੇ ਸੀਗੇ। ਇਸੇ ਤਰ੍ਹਾਂ ਹੀ ਸਰੀ ਦੇ ਵਿੱਚ ਜਿਹੜਾ ਅਸੀਂ ਕਹੀਏ ਤਾਂ ਸਕਾਟ ਰੋਡ ਤੇ 72 ਐਵਨਿਊ ਉੱਤੇ ਇੱਕ ਲੰਬਾ ਮੋਰਚਾ ਜਿਹੜਾ ਲਗਾਤਾਰ ਚੱਲਦਾ ਰਿਹਾ ਔਰ ਇੱਕ ਵੀ ਦਿਨ ਇਹਦੇ ਵਿੱਚ ਨਾਗਾ ਨਹੀਂ ਪਿਆ। ਚਾਹੇ ਮੀਂਹ ਪੈਂਦਾ ਸੀ, ਚਾਹੇ ਵਿੱਚ ਬਰਫ਼ਬਾਰੀ ਹੁੰਦੀ ਸੀ, ਜੋ ਮਰਜ਼ੀ ਹੁੰਦਾ ਸੀ, ਜਿੰਨੀ ਮਰਜ਼ੀ ਠੰਡ ਸੀ, ਮੀਂਹ ਹਨੇਰੀ ਆਉਂਦਾ ਸੀ, ਉੱਥੇ ਹਰ ਰੋਜ਼ ਲੋਕ ਇਕੱਠੇ ਹੁੰਦੇ ਸੀ ਤੇ ਇਸ ਮੋਰਚੇ ਦੀ ਹਮਾਇਤ ਜਿਹੜੀ ਉਹ ਕਰਦੇ ਸੀਗੇ। ਔਰ ਇੱਥੇ ਜਸ਼ਨ ਉਸ ਦਿਨ ਵੀ ਮਨਾ ਲਿਆ ਗਿਆ ਸੀਗਾ ਜਦੋਂ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਸੀ, ਨਰਿੰਦਰ ਮੋਦੀ ਹੁਣਾਂ ਨੇ, ਕਿ ਅਸੀਂ ਇਹ ਕਾਨੂੰਨ ਵਾਪਸ ਲੈ ਰਹੇ ਨੇ। ਉਸ ਤੋਂ ਬਾਅਦ ਜਦੋਂ ਫਿਰ ਜਿਹੜਾ ਸੈਸ਼ਨ ਸ਼ੁਰੂ ਹੋਇਆ ਉਦੋਂ ਵੀ ਉਸ ਤੋਂ ਬਾਅਦ ਕਈ ਥਾਵਾਂ ਉੱਤੇ ਜਸ਼ਨ ਮਨਾਏ ਗਏ ਔਰ ਇਹ ਜਸ਼ਨ ਕੇਵਲ ਇੱਥੇ ਸਰੀ ਵਿੱਚ ਨਹੀਂ, ਕੈਨੇਡਾ 'ਚ ਬਹੁਤ ਸਾਰੇ ਸ਼ਹਿਰਾਂ 'ਚ ਜਿੱਥੇ ਇਹ ਧਰਨੇ ਮੋਰਚੇ ਚੱਲਦੇ ਸੀਗੇ, ਹੋਰ ਵੀ ਦੁਨੀਆ ਜਿੱਥੇ ਬਾਹਰ ਲੋਕ ਬੈਠੇ ਨੇ ਉਹਨਾਂ ਵੱਲੋਂ ਮਨਾਏ ਗਏ। ਸੋ ਕਿਉਂਕਿ ਅਸੀਂ ਵੀ ਦਰਸ਼ਕਾਂ ਤੱਕ ਕਾਫੀ ਕਵਰੇਜ ਇਹਦੀ ਕਰਕੇ ਪਹੁੰਚਾਈ ਆ। ਕੈਨੇਡਾ ਦਾ ਕੋਈ ਇਹੋ ਜਿਹਾ ਸ਼ਹਿਰ ਨਹੀਂ ਜਿੱਥੇ ਤਕਰੀਬਨ ਕਿਸਾਨ ਮੋਰਚੇ ਦੇ ਹੱਕ ਵਿੱਚ, ਵੱਡਾ ਸ਼ਹਿਰ ਜਿੱਥੇ ਪੰਜਾਬੀ ਵੱਡੀ ਗਿਣਤੀ 'ਚ ਵਸਦੇ ਆ, ਕਿ ਕਿਸਾਨ ਮੋਰਚੇ ਦੇ ਹੱਕ ਵਿੱਚ ਕੋਈ ਰੈਲੀਆਂ ਨਾ ਕੀਤੀਆਂ ਹੋਣ। ਇੱਥੋਂ ਸਰੀ ਚੋਂ ਹੀ ਅਣਗਿਣਤ ਰੈਲੀਆਂ ਜਿਹੜੀਆਂ ਨਿਕਲ ਕੇ ਉਹ ਵੈਨਕੂਵਰ ਜਾਂਦੀਆਂ ਸੀ, ਜਿੱਥੇ ਭਾਰਤੀ ਕੌਂਸਲੈਂਸ ਦਾ ਆਫਿਸ ਆ, ਉੱਥੇ ਜਾ ਕੇ ਮੁੱਕਦੀਆਂ ਸੀ। ਫਿਰ ਇੱਥੋਂ BC ਦੇ ਵਿਕਟੋਰੀਆ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇੱਥੋਂ ਵਿਕਟੋਰੀਆ ਦੀ ਵਿਧਾਨ ਸਭਾ ਤੋਂ ਜਿਹੜੀ ਸੀ ਇੱਕ ਯਾਤਰਾ ਸ਼ੁਰੂ ਕੀਤੀ ਸੀਗੀ ਔਰ ਖਾਲੀ ਜਿਹੜੀਆਂ ਜੁੱਤੀਆਂ, ਜਿਹੜੇ ਕਿਸਾਨ ਸ਼ਹਾਦਤ ਪਾ ਗਏ ਸੀ ਉਹਨਾਂ ਦੀ ਯਾਦ ਦੇ ਵਿੱਚ ਖਾਲੀ ਜੁੱਤੀਆਂ ਇੱਥੋਂ ਵਿਕਟੋਰੀਆ ਤੋਂ ਲੈ ਕੇ ਓਟਵਾ ਤੱਕ ਜਿੰਨੇ ਵੀ ਕੈਨੇਡਾ ਦੇ ਰਾਹ 'ਚ ਸੂਬੇ ਆਉਂਦੇ ਨੇ ਉਹਨਾਂ ਦੀਆਂ ਸਾਰਿਆਂ ਦੀਆਂ ਵਿਧਾਨ ਸਭਾ ਦੇ ਬਾਹਰ, ਅਸੈਂਬਲੀਆਂ ਦੇ ਬਾਹਰ ਔਰ ਫਿਰ ਅਖੀਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾ ਕੇ ਜਿਹੜਾ ਸੀ ਪਾਰਲੀਮੈਂਟ ਦੇ ਬਾਹਰ ਓਟਵਾ ਦੇ ਵਿੱਚ ਵੀ ਉਹ ਖਾਲੀ ਜੁੱਤੀਆਂ ਰੱਖ ਕੇ ਉੱਥੇ ਜਿਹੜਾ ਸੀ ਸ਼ਰਧਾਂਜਲੀ ਦਿੱਤੀ ਗਈ। ਸੋ ਇਸ ਤਰੀਕੇ ਨਾਲ ਇੱਕ ਵਿਲੱਖਣ ਤਰੀਕੇ ਨਾਲ ਕੈਨੇਡਾ ਦੇ ਵਿੱਚ ਇਹ ਮੋਰਚਾ ਚੱਲਿਆ ਔਰ ਬਹੁਤ ਸਾਰੇ ਸਲੀਪ ਆਊਟ ਹੋਏ ਲੋਕ, ਠੰਡ ਦੇ ਵਿੱਚ ਬਾਹਰ ਸੜਕਾਂ ਤੇ ਸੁੱਤੇ। ਇੱਥੇ ਸਕਾਟ ਰੋਡ ਉੱਤੇ ਸਰੀ ਵਿੱਚ ਵੀ ਬਹੁਤ ਸਾਰੇ ਸਲੀਪ ਆਊਟ ਹੋਏ। ਰਾਤ ਨੂੰ ਲੋਕ ਬਾਹਰ ਟੈਂਟਾਂ ਵਿੱਚ ਸੌਂਦੇ ਸੀ ਕਿ ਕਿਸਾਨ ਜਿਵੇਂ ਉੱਥੇ ਦਿੱਲੀ ਦੇ ਬਾਰਡਰਾਂ ਤੇ ਟੈਂਟਾਂ ਵਿੱਚ ਸੁੱਤੇ ਹੁੰਦੇ ਸੀ, ਇੱਥੇ ਵੀ ਉਹਨਾਂ ਦੇ ਹੱਕ ਦੇ ਵਿੱਚ ਇੱਥੇ ਦੇ ਜੰਪਲ ਬੱਚੇ ਜਿਹੜੇ ਉਹ ਸੁੱਤੇ ਹੁੰਦੇ ਸੀਗੇ। ਵੈਨਕੂਵਰ ਆਰਟ ਗੈਲਰੀ, ਫਿਰ ਇਸ ਤੋਂ ਬਾਅਦ ਭਾਰਤੀ ਕੌਂਸਲੇਟ ਦੇ ਦਫ਼ਤਰ ਦੇ ਬਾਹਰ ਵੀ ਇੱਕ ਸਲੀਪ ਆਊਟ ਕੀਤਾ ਗਿਆ। ਸੋ ਬਹੁਤ ਸਾਰੇ ਈਵੈਂਟ ਜਿਹੜੇ ਸੀ ਤਰ੍ਹਾਂ ਦੇ ਇੱਥੇ ਕੀਤੇ ਗਏ ਤੇ ਪੂਰਾ ਸਾਲ ਮੋਰਚਾ ਇੱਥੇ ਵੀ ਚੱਲਿਆ। ਸੋ ਜ਼ਾਹਰ ਸੀ ਜਦੋਂ ਹੁਣ ਜਿੱਤ ਮਿਲੀ ਆ, ਕਾਨੂੰਨ ਤਾਂ ਵਾਪਸ ਹੋ ਗਿਆ ਸੀ, ਥੋੜੀਆਂ ਜਿਹੀਆਂ ਮੰਗਾਂ ਨੂੰ ਲੈ ਕੇ ਜਿਹੜਾ ਸੀਗਾ ਉਹ ਪੇਚ ਫਸਿਆ ਸੀ ਕਿ MSP ਦੀ ਕਮੇਟੀ ਨੂੰ ਲੈ ਕੇ ਜਾਂ ਜਿਹੜੇ ਕੇਸ ਰੱਦ ਹੋਣੇ ਨੇ ਉਹਨਾਂ ਨੂੰ ਲੈ ਕੇ। ਸੋ ਉਹਦੇ ਉੱਤੇ ਵੀ ਅੱਜ ਖਬਰਾਂ ਭਾਰਤ ਤੋਂ ਇਹ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਭਾਰਤ ਸਰਕਾਰ ਵੱਲੋਂ ਇੱਕ ਡਰਾਫਟ ਭੇਜਿਆ ਗਿਆ ਸੀ ਕਿ ਮੰਗਾਂ ਨੂੰ ਲੈ ਕੇ, ਉਹਦੇ ਤੇ ਸਹਿਮਤੀ ਕਿਸਾਨਾਂ ਦੀ ਬਣ ਗਈ ਹੈ ਕਿ ਠੀਕ ਹੈ, ਸਾਨੂੰ ਇਹ ਮਨਜ਼ੂਰ ਆ ਕਿ ਉਮੀਦ ਆ ਕੱਲ ਤੱਕ ਜਿਹੜੇ ਉਹਦਾ ਪੱਕਾ ਵਾਅਦਾ, ਪੱਕਾ ਕੋਈ ਲਿਖਤੀ ਰੂਪ 'ਚ ਲੈਟਰ ਜਦੋਂ ਆਉਂਦਾ ਆ ਤਾਂ ਉਮੀਦ ਆ ਕਿ ਮੋਰਚਾ ਚੁੱਕਣ ਦਾ ਐਲਾਨ ਹੋ ਜਾਊਗਾ। ਸੋ ਇਸ ਕਰਕੇ ਅਸੀਂ ਅੱਜ ਇਸ ਖਬਰ ਤੇ ਚਰਚਾ ਵੀ ਕਰ ਰਹੇ ਹਾਂ। ਸੋ ਜ਼ਰੂਰ
ਹਾਲਾਂਕਿ ਇੱਥੇ ਵੀ ਕੁਝ ਹਾਲਾਤ ਵਿਗੜ ਗਏ ਸੀ, ਹੜ੍ਹ ਆ ਗਿਆ, ਇੱਥੇ ਦੇ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਗਿਆ। ਸੋ ਉਹਨਾਂ ਜਸ਼ਨ ਕੁਝ ਫਿੱਕੇ ਵੀ ਪਏ ਆ, ਪਰ ਖੁਸ਼ੀ ਇਸ ਗੱਲ ਦੀ ਜ਼ਰੂਰ ਹੈ ਕਿ ਜਿਹੜਾ ਮੋਰਚਾ ਖੁੱਲਿਆ ਸੀ ਉਹ ਮੋਰਚਾ ਹੁਣ ਫਤਿਹ ਹੋਇਆ। ਜੀ ਸੋ ਮਨਦੀਪ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ तमाम ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਨ ਦੇ ਲਈ। ਜੀ ਬਹੁਤ ਬਹੁਤ ਧੰਨਵਾਦ। ਜੀ ਸੋ ਇਸੇ ਤਰ੍ਹਾਂ ਰੋਜ਼ਾਨਾ ਪ੍ਰੋਗਰਾਮ ਕੈਨੇਡਾ ਨਾਓ ਦੇ ਰਾਹੀਂ ਰੂਬਰੂ ਹੁੰਦੇ ਰਵਾਂਗੇ, ਜਿੱਥੇ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਹੋਏਗੀ। ਫਿਲਹਾਲ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਬਾਕੀ ਖਬਰਾਂ ਲਈ ਬਣੇ ਰਹੋ ਟੀਵੀ ਪੰਜਾਬ ਦੇ ਨਾਲ।